ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਗੁਰਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਸ਼ਾ ਸੁਖ ਸਹਜਾ। ਘਰ ਆਨੰਦ ਹਮਾਰਾ, ਆਪਣੇ ਸਤਿਗੁਰ ਕੈ ਬਲਿਹਾਰੈ। ਆਗੈ ਸੁਖ ਪਾਸ਼ਾ ਸੁਖ ਸਹਜਾ, ਘਰ ਆਨੰਦ ਹਮਾਰਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿੱਥੇ ਆਪਾਂ ਇਸ ਮਹੀਨੇ ਦੇ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬਜ਼ਾਦੇ ਧਰਮ ਤੋਂ ਕੁਰਬਾਨੀ ਦੇ ਗਏ, ਔਰ ਉਹਨਾਂ ਦੇ ਨਾਲ ਗੁਰਮੁਖ ਪਿਆਰੇ ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਬਾਬਾ ਜੀਵਨ ਸਿੰਘ ਔਰ 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਸਾਹਿਬਾਨਾਂ ਨੇ ਆਪਣੀ ਜਾਨ ਦੀ ਆਹੂਤੀ ਦਿੱਤੀ। ਦੂਸਰੇ ਪਾਸੇ ਬਾਬਾ ਛੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਸਾਨੂੰ ਹਲੂਣਾ ਦਿੱਤਾ। ਗੁਰਸਿੱਖਾ, ਇਹ ਸਾਰੇ ਦੇ ਸਾਰੇ ਕਾਰਨਾਮਿਆਂ ਦੇ ਪਿੱਛੇ ਇੱਕੋ ਇੱਕ ਤਾਕਤ ਕਰਦੀ, ਉਹ ਹੈ ਪੂਰਾ ਗੁਰੂ। ਅਧੂਰੇ ਗੁਰੂਆਂ ਨੇ ਤੇਰਾ ਬੇੜਾ ਬੰਨੇ ਨਹੀਂ ਕਰਨਾ, ਔਰ ਉਹ ਮਨੁੱਖ ਜਿਹੜੇ ਪੂਰਨ ਗੁਰੂ ਤੇ ਵਿਸ਼ਵਾਸ ਕਰ ਗਏ, ਉਹਨਾਂ ਆਪਣਾ ਲੋਕ ਪਰਲੋਕ ਸਵਾਰ ਲਿਆ। ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਇਹ ਸ਼ਬਦ ਵਿੱਚ ਇਹ ਵੀ ਸਾਨੂੰ ਸੰਕੇਤ ਦਿੱਤਾ ਵੀ ਅਧੂਰੇ ਕਿੰਨੇ ਵੀ ਹੋਣ, ਉਹ ਪੂਰਨ ਗੁਰੂ ਦਾ ਮੁਕਾਬਲਾ ਨਹੀਂ ਕਰ ਸਕਦੇ। ਸਮੇਂ ਦੇ ਮੁਤਾਬਕ ਆਪਣੇ ਵੱਲੋਂ ਗੁਰੂ ਕਿਰਪਾ ਸਦਕਾ ਕੁਝ ਕਹਿਣ ਦਾ ਯਤਨ ਕਰਾਂਗਾ, ਪਰ ਆਪਣੇ ਸੁਭਾਅ ਦੇ ਮੁਤਾਬਕ ਬੇਨਤੀ ਕਰਾਂ, ਪੂਰਿਆਂ ਦੀ ਗੱਲ ਅਧੂਰਿਆਂ ਤੋਂ ਕਹੀ ਨਹੀਂ ਜਾਂਦੀ। ਆਪਾਂ ਪੂਰਿਆਂ ਦੀ ਵਡਿਆਈ ਕਰਨ ਲਈ ਆਏ ਆ। ਸਾਡੇ ਤੇ ਪੂਰਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ। ਜਿਵੇਂ ਬਾਬਾ ਹਿੰਮਤ ਸਿੰਘ ਨੇ, ਬਾਬਾ ਸਾਹਿਬ ਸਿੰਘ ਨੇ, ਬਾਬਾ ਮੁਕਤ ਸਿੰਘ ਨੇ, ਔਰ ਉਹਨਾਂ ਗੁਰਮੁਖ ਪਿਆਰਿਆਂ ਮੁਕਤਿਆਂ ਨੇ ਜਿਵੇਂ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨੂੰ ਪ੍ਰਾਪਤ ਕੀਤਾ, ਕਲਗੀ ਵਾਲੇ ਬਾਪੂ ਅਸੀਂ ਸਿਰ ਦੇਣ ਜੋਗੇ ਨਹੀਂ। ਸਾਨੂੰ ਫੇਲਾਂ ਨੂੰ ਪਾਸ ਕਰਕੇ ਆਪਣੇ ਚਰਨਾਂ ਨਾਲ ਜੋੜੀ।
क्योंकि तेरे इम्तिहान विच पास होना बड़ा औखा है। तो गुरमुखो जिवें आरंभ दीआं पंक्तियां ने आपां नाल नाल हुक्मनामे दी विचार नाल नाल गुरु किरपा सदका इस इतिहास नूं वाचण दा यतन करना है। सतगुरु पातशाह रहमतां करन अपनी बिरती नूं चमकौर दी ड्योढ़ी दे अगे ले जाओ। थोड़ा जा ख्याल माता गुजर कौर वाले बुरज वाले पासे भी कर लो ताकि साडा मन एकाग्र हो जाए। ਉਹਦਾ ਇੱਕੋ ਇੱਕ ਤਰੀਕਾ ਉਹ ਹੈ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵਡ ਭਾਗੇ। ਜਿਹੜੀ ਇਹ ਪੂਰੇ ਗੁਰੂ ਦੀ ਗੱਲ ਕਹੀ ਹੈ, ਇਹ ਵਿਦਵਾਨ ਪੁਰਸ਼ ਇਹਦੇ ਬਾਰੇ ਨਿਰਣਾ ਕਰਦੇ ਨੇ। ਉਹਨਾਂ ਨੇ ਕਈ ਤਰ੍ਹਾਂ ਦੀਆਂ ਗੁਰੂ ਦੀਆਂ ਕਿਸਮਾਂ ਲਿਖੀਆਂ ਹਨ। ਪਾਰਸ ਗੁਰੂ, ਚੰਦਨ ਗੁਰੂ, ਦੀਪਕ ਗੁਰੂ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਨਿਰਣਾ ਕੀਤਾ ਵੀ ਗੁਰਮੁਖੋ ਇਹ ਗੱਲ ਬਣਦੀ ਨਹੀਂ। ਕਿਵੇਂ? ਪਾਰਸ ਗੁਰੂ ਲਫ਼ਜ਼ ਉਹਨਾਂ ਤਾਂ ਵਰਤਿਆ ਵੀ ਪਾਰਸ ਦੇ ਨਾਲ ਤਾਂਬਾ ਸੋਝਾ ਹੈ, ਲੋਹਾ ਸੋਝਾ ਹੈ, ਪਿੱਤਲ ਸੋਝ ਹੈ, ਚਾਂਦੀ ਸੋਝ ਹੈ, ਉਹ ਸਾਰਿਆਂ ਨੂੰ ਸੋਨਾ ਕਰ ਦਿੰਦਾ ਹੈ। ਲੇਕਿਨ ਨਾਲ ਹੀ ਉਹਨਾਂ ਵਿਦਵਾਨ ਵੀਰਾਂ ਨੇ ਗੱਲ ਕੱਟੀ, ਕਹਿਣ ਲੱਗੇ ਚਾਂਦੀ ਤਾਂ ਸੋਨਾ ਬਣ ਗਈ, ਤਾਂਬਾ ਸੋਨਾ ਬਣ ਗਿਆ, ਲੇਕਿਨ ਪਾਰਸ ਤੋਂ ਅੱਗੇ ਪਾਰਸ ਨਹੀਂ ਬਣਦਾ। ਇਸੇ ਪ੍ਰਕਾਰ ਦੀਪਕ ਤੋਂ ਭਾਵ ਹੈ ਜਿਵੇਂ ਦੀਵੇ ਦੇ ਨਾਲ ਦੀਵਾ ਜਗਦਾ ਹੈ, ਪਰ ਨਾਲ ਸ਼ਰਤ ਹੈ ਅਗਲੇ ਦੀਵੇ ਵਿੱਚ ਤੇਲ ਹੋਵੇ, ਉਹਦੀ ਵੱਟੀ ਹੋਵੇ। ਭਾਵੇਂ ਤੇਲ ਵੀ ਹੈ ਤੇ ਵੱਟੀ ਵੀ ਹੈ, ਹਵਾ ਦਾ ਬੁੱਲਾ ਆ ਗਿਆ ਤੇ ਉਹ ਦੀਵਾ ਜਗਦਾ ਨਹੀਂ ਰਹਿਣਾ। ਇਸੇ ਪ੍ਰਕਾਰ ਚੰਦਨ ਗੁਰੂ ਦਾ ਜ਼ਿਕਰ ਵੀ ਆਇਆ ਹੈ। ਅਸੀਂ ਆਮ ਕਰਕੇ ਗ੍ਰੰਥਾਂ ਦੇ ਵਿੱਚੋਂ ਸ਼ਬਦ ਪੜ੍ਹਦੇ ਹਾਂ 52 ਚੰਦਨ। ਜੋ ਸੁਣਨ ਤੇ ਪੜ੍ਹਨ ਵਿੱਚ ਆਇਆ ਉਹਦੇ ਮੁਤਾਬਕ ਉਹ 52 ਉਂਗਲਾ ਹੁੰਦਾ ਹੈ। ਉਹਦੇ ਨਾਲ ਜਿੰਨੇ ਵੀ ਲਾਗੇ ਲਾਗੇ ਬੂਟੇ ਹੁੰਦੇ ਨੇ, ਚੰਦਨ ਦੀ ਸੁਗੰਧੀ ਦੇ ਨਾਲ ਉਹ ਚੰਦਨ ਬਣ ਜਾਂਦੇ ਹਨ। ਚੰਦਨ ਨਿਕਟ ਸਭ ਚੰਦਨ ਹੋਇਆ। ਪਰ ਚੰਦਨ ਦੇ ਬੂਟੇ ਦੇ ਕੋਲ ਬਾਂਸ ਦਾ ਬੂਟਾ ਬਿਲਕੁਲ ਲਾਗੇ ਹੋਵੇ ਤੇ ਉਹ ਚੰਦਨ ਨਹੀਂ ਜੇ ਬਣਦਾ। ਕਾਰਨ ਕਬੀਰ ਬਾਂਸ ਬੜਾਈ ਬੂੜਿਆ ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ। ਬਾਂਸ ਦੇ ਵਿੱਚ ਗੰਢਾਂ ਨੇ, ਬਾਂਸ ਪੋਲਾ, ਬਾਂਸ ਨਾਲ ਰਗੜ ਕੇ ਤੇ ਆਪਣੇ ਆਪ ਨੂੰ ਨਾਸ਼ ਕਰਨ ਅੱਗ ਬਣ ਜਾਂਦੀ ਹੈ। ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਈਰਖਾ ਦੀਆਂ ਗੰਢਾਂ ਨੇ, ਜਿਹੜੇ ਅੰਦਰੋਂ ਪੋਲੇ ਨੇ, ਜਿਹੜੇ ਕੁੱਲ ਮਾਰ ਨੇ, ਭਾਵੇਂ ਗੁਰੂ ਦੇ ਕੋਲ ਵੀ ਰਹਿਣ ਤੇ ਉਹਨਾਂ ਦੀ ਗੱਲ ਨਹੀਂ ਬਣਦੀ। ਪਰ ਜਿਹੜਾ ਪੂਰਾ ਗੁਰੂ ਹੈ ਨਾ, ਉਹ ਗੁਰਮੁਖ ਕੌੜੇ ਰੇਠੇ ਤੇ ਨਿਗਾਹ ਕਰਦਾ ਤੇ ਮਿੱਠਾ ਹੋ ਜਾਂਦਾ ਹੈ। ਜਿਹੜਾ ਪੂਰਾ ਗੁਰੂ ਹੈ ਉਹ ਪੱਥਰ ਤੇ ਨਿਗਾਹ ਕਰੇ, ਪੱਥਰ ਮੋਮ ਹੋ ਜਾਂਦਾ ਹੈ। ਪੂਰਾ ਗੁਰੂ ਕੌਡੇ ਤੇ ਨਿਗਾਹ ਕਰੇ ਤੇ ਉਹ ਗੁਰਮੁਖ ਬਣ ਜਾਂਦਾ ਹੈ। ਪੂਰਾ ਗੁਰੂ ਠੱਗ ਤੇ ਨਿਗਾਹ ਕਰੇ ਤੇ ਉਹ ਸੱਜਣ ਬਣ ਜਾਂਦਾ ਹੈ। ਆਪਾਂ ਇਹ ਇਤਿਹਾਸ ਪੂਰੇ ਗੁਰੂ ਦਾ ਵਾਚ ਰਹੇ ਹਾਂ। ਆਨੰਦਪੁਰ ਸਾਹਿਬ ਪੂਰੇ ਗੁਰੂ ਦੇ ਅੱਗੇ ਸਿੱਖਾਂ ਨੇ ਅਰਦਾਸ ਕੀਤੀ ਵੀ ਪਾਤਸ਼ਾਹ ਇਹ ਆਨੰਦਪੁਰ ਸਾਹਿਬ ਛੱਡ ਚਲੇ ਗਏ। ਮੈਂ ਬੈਕਗਰਾਊਂਡ ਤਾਂ ਨਹੀਂ ਬੇਨਤੀ ਕੀਤੀ ਕਿਉਂਕਿ ਪ੍ਰਸੰਗ ਕਾਫੀ ਦਿਨਾਂ ਤੋਂ ਚੱਲਦਾ ਹੈ। ਗੁਰਮੁਖ ਪਿਆਰੇ ਨੇ ਅੱਗੇ ਵਿਚਾਰਾਂ ਕੀਤੀਆਂ ਹੋਣਗੀਆਂ। ਇਉਂ ਸਤਿਗੁਰੂ ਪਾਤਸ਼ਾਹ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਆਨੰਦਪੁਰ ਸਾਹਿਬ ਤੋਂ ਚੱਲ ਪਏ। ਗੁਰੂ ਪਰਿਵਾਰ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸਾਹਿਬ ਕੌਰ ਜੀ ਔਰ ਇਸੇ ਤਰ੍ਹਾਂ ਮਾਤਾ ਸੁੰਦਰ ਕੌਰ ਜੀ, ਭਾਈ ਸਾਹਿਬ ਭਾਈ ਜਵਾਹਰ ਸਿੰਘ ਜਿਹੜੇ ਰੋਪੜ ਦੇ ਰਹਿਣ ਵਾਲੇ ਸਨ, ਬਾਬਾ ਮਨੀ ਸਿੰਘ,
ਇਹਨਾਂ ਨਾਲ ਸੇਵਾਦਾਰ ਬਣ ਕੇ ਤੁਰੇ ਔਰ ਇੱਕ ਰਾਤ ਇਹਨਾਂ ਨੇ ਰੋਪੜ ਵਿੱਚ ਕੱਟੀ ਤੇ ਮੁੜ ਕੇ ਦਿੱਲੀ ਨੂੰ ਰਵਾਨਾ ਹੋ ਗਏ। ਦੂਸਰੇ ਭਾਗ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਾਡੀ ਮਾਤਾ ਗੁਜਰ ਕੌਰ ਜੀ ਇੱਕ ਮਸੰਦ ਗੰਗੂ ਦੇ ਨਾਲ ਉਹਦੇ ਨਗਰ ਚਲੇ ਗਏ। ਉਹ ਜੋ ਅੱਗੇ ਸਾਕਾ ਵਾਪਰਿਆ ਉਹ ਆਪਾਂ ਕੱਲ ਨੂੰ ਵਿਚਾਰਨ ਦਾ ਯਤਨ ਕਰਾਂਗੇ। ਤੀਸਰੇ ਪੱਖ ਦੇ ਵਿੱਚ ਕਲਗੀਧਰ ਬਾਪੂ ਸਿੰਘਾਂ ਨੂੰ ਨਾਲ ਲੈ ਕਰਕੇ ਸਰਸਾ ਦਰਿਆ ਤੋਂ ਪਾਰ ਹੋਏ। ਬਾਬਾ ਅਜੀਤ ਸਿੰਘ ਜੀ ਪਿੱਛੇ ਰਹਿ ਗਏ ਤੇ ਉਹਨਾਂ ਦੇ ਨਾਲ ਗੁਰਮੁਖ ਪਿਆਰੇ ਉਹਦੇ ਸਿੰਘ ਵੀ ਹਨ। ਇਹਦੇ ਨਾਲ ਮੈਂ ਇਹ ਗੱਲ ਕਹਿਣੀ ਭੁੱਲ ਨਾ ਜਾਵਾਂ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਨੇ। ਇਸੇ ਹਫ਼ਤੇ ਦੇ ਵਿੱਚ ਬਾਬਾ ਮਨੀ ਸਿੰਘ ਦੇ ਗੁਰਮੁਖੋਂ 5 ਪੁੱਤ ਸ਼ਹੀਦ ਹੋਏ ਹਨ ਔਰ ਉਹਨਾਂ ਗੁਰਮੁਖਾਂ ਦਾ ਇਤਿਹਾਸ ਵਿੱਚ ਵੇਰਵਾ ਹੀ ਹੈ। ਬਾਬਾ ਅਨਕ ਸਿੰਘ, ਬਾਬਾ ਅਜਬ ਸਿੰਘ, ਬਾਬਾ ਅਜੈਬ ਸਿੰਘ, ਬਾਬਾ ਉਦੇ ਸਿੰਘ ਤੇ ਬਾਬਾ ਬਚਿੱਤਰ ਸਿੰਘ, ਇਹ ਬਾਬੇ ਮਨੀ ਸਿੰਘ ਦੇ 5 ਪੁੱਤ ਸ਼ਹੀਦ ਹੋਏ ਹਨ। ਬਾਬਾ ਉਦੇ ਸਿੰਘ ਜੀ, ਜਿਵੇਂ ਆਪਾਂ ਕਹਿੰਦੇ 1.25 ਲੱਖ ਸੇ ਏਕ ਲੜਾਊਂ, ਬੇਅੰਤ ਨਾਲ ਮੁਕਾਬਲਾ ਕਰਦੇ, ਇਹ ਬਾਬਾ ਉਦੇ ਸਿੰਘ ਸਰਸਾ ਨਦੀ ਦੇ ਕੰਢੇ ਤੇ ਸ਼ਹੀਦ ਹੋ ਗਏ। ਬਾਬਾ ਬਚਿੱਤਰ ਸਿੰਘ, ਜਿਨ੍ਹਾਂ ਨੇ ਕਦੇ ਹਾਥੀ ਦਾ ਮੁਕਾਬਲਾ ਕੀਤਾ ਸੀ, ਉਹ ਸਰਸਾ ਨੂੰ ਪਾਰ ਕਰਦਿਆਂ ਬਹੁਤ ਸਾਰੇ ਭਾਰੀ ਜ਼ਖਮੀ ਹੋ ਗਏ। ਔਰ ਇੱਕ ਨਿਹੰਗ ਖਾਂ ਨਾਂ ਦਾ ਮੁਸਲਮਾਨ, ਉਹਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਸੇਵਾ ਬਖਸ਼ੋ। ਸਤਿਗੁਰੂ ਪਾਤਸ਼ਾਹ ਬਾਰੇ ਕਹਿਣ ਲੱਗੇ, ਨਿਹੰਗ ਖਾਂ ਸਮਾਂ ਬੜਾ ਸੰਕਟਮਈ ਹੈ ਔਰ ਇਹ ਮਨ ਵਿੱਚ ਵਿਚਾਰ ਕਰ ਲਾ। ਉਹਨੇ ਬੇਨਤੀ ਕੀਤੀ, ਪਾਤਸ਼ਾਹ ਅਗਰ ਤੇਰੇ ਚਰਨ ਪੈਣ ਘਰ ਵਿੱਚ, ਤੇਰੇ ਦੀਦਾਰ ਹੋ ਜਾਣ ਤੇ ਇਹਦੇ ਤੋਂ ਵੱਡਾ ਵਧੀਆ ਸੌਦਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਇਹ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ। ਭਾਈ ਬਚਿੱਤਰ ਸਿੰਘ ਨੂੰ ਗੁਰੂ ਕੇ ਲਾਲ ਨੇ ਆਪਣੇ ਘਰ ਰੱਖਿਆ। ਬਾਬਾ ਨਿਹੰਗ ਖਾਂ ਨੇ ਆਪਣੀ ਨੌਜਵਾਨ ਬੇਟੀ ਬੀਬੀ ਮੁਮਤਾਜ਼ ਦੀ ਡਿਊਟੀ ਲਾਈ ਵੀ ਧੀਏ ਰਾਣੀਏ ਤੂੰ ਇਹ ਸਿੰਘ ਦੀ ਸੇਵਾ ਕਰਨੀ ਹੈ। ਤੁਰਕਾਂ ਨੂੰ ਸ਼ੱਕ ਪਿਆ, ਨਿਹੰਗ ਖਾਂ ਦਾ ਕੁੰਡਾ ਖੜਕਾਇਆ ਤੇ ਕਹਿਣ ਲੱਗੇ, ਭਾਈ ਸਾਨੂੰ ਸ਼ਿਕਾਇਤ ਮਿਲੀ ਵੀ ਤੇਰੇ ਘਰ ਗੁਰੂ ਗੋਬਿੰਦ ਸਿੰਘ ਦੇ ਸਿੰਘ ਆਏ ਹਨ। ਅਸਾਂ ਨਿਗਾਹ ਮਾਰਨੀ, ਕਹਿਣ ਲੱਗੇ ਆਓ ਜੀ ਆਇਆਂ ਨੂੰ। ਸਾਰੇ ਪਾਸੇ ਘਰ ਤੇ ਨਿਗਾਹ ਮਾਰੀ ਗਈ। ਜਦੋਂ ਉਸ ਕਮਰੇ ਵਾਲੇ ਪਾਸੇ ਵੱਲ ਆਏ ਤੇ ਨਿਹੰਗ ਖਾਂ ਕਹਿਣ ਲੱਗਾ, ਮਿੱਤਰੋ ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਹਨ। ਇਹ ਗੱਲ ਤੁਹਾਨੂੰ ਭਾਵੇਂ ਸਧਾਰਨ ਜਾਪੇ ਪਰ ਕਿਤੇ ਅੰਦਰ ਇਹਨੂੰ ਬਾਅਦ ਇਹ ਗੱਲ ਕਹਿਣੀ ਬੜੀ ਔਖੀ ਹੈ। ਔਰ ਕਹਿਣ ਲੱਗਾ, ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਨੇ। ਨਾਲ ਆਵਾਜ਼ ਮਾਰੀ, ਬੇਟਾ ਮੁਮਤਾਜ਼ ਮੇਰਾ ਦਮਾਦ ਸੁੱਤਾ ਕਿ ਜਾਗਦਾ ਹੈ। ਅੰਦਰੋਂ ਮੁਮਤਾਜ਼ ਨੇ ਆਵਾਜ਼ ਦਿੱਤੀ, ਅੱਬਾ ਜਾਂ ਅਜੇ ਹੁਣੇ ਟਿਕੇ ਨੇ, ਜੇ ਕਹੋ ਤੇ ਬੁਲਾਵਾਂ। ਔਰ ਉਹਨਾਂ ਮੁਲਾਜ਼ਮਾਂ ਦਾ ਜੋ ਭੁਲੇਖਾ ਸੀ ਉਹ ਰਫਾ ਦਫਾ ਹੋ ਗਿਆ, ਉਹ ਚਲੇ ਗਏ। ਬਾਬਾ ਬਚਿੱਤਰ ਸਿੰਘ ਜੀ ਰੱਬ ਨੂੰ ਪਿਆਰੇ ਹੋ ਗਏ, ਸਰੀਰ ਛੱਡ ਗਏ। ਨਿਹੰਗ ਖਾਂ ਨੇ ਉਸ ਗੁਰੂ ਕੇ ਲਾਲ ਦਾ ਸੰਸਕਾਰ ਆਪਣੇ ਘਰ ਵਿੱਚ ਕੀਤਾ। ਇਹ ਗੱਲ ਭਾਵੇਂ ਆਪਾਂ ਨੂੰ ਕਾਮਨ ਜਾਪਦੀ ਪਰ ਇਸ ਗੱਲ 'ਚ ਬੜਾ ਵੱਡਾ ਰਾਜ ਹੈ। ਅੱਜ ਸਾਡਾ ਬਾਪ ਜਿਹਨੇ ਸਾਡੇ ਵਾਸਤੇ ਬੜੀ ਮਿਹਨਤ ਕੀਤੀ, ਸਰੀਰ ਛੱਡ ਜਾਏ ਨਾ ਤੇ ਰਾਤ ਨੂੰ ਆਪਾਂ ਕਹਿੰਦੇ ਆ, ਫੁੱਫੜਾ ਬਾਪੂ ਦੇ ਕੋਲ ਲੰਮਾ ਪਾਓ, ਮੈਨੂੰ ਡਰ ਆਉਂਦਾ ਡਰ। ਅਸੀਂ ਇੱਕ ਰਾਤ ਸਰੀਰ ਛੱਡਣ ਤੋਂ ਬਾਅਦ ਆਪਣੇ ਬਾਪ ਦੇ ਸਰੀਰ ਕੋਲ ਲੰਮੇ ਪੈਣ ਨੂੰ ਤਿਆਰ ਨਹੀਂ, ਲੇਕਿਨ ਬਚਿੱਤਰ ਸਿੰਘ ਦਾ ਸੰਸਕਾਰ ਨਿਹੰਗ ਖਾਂ ਨੇ ਘਰ ਵਿੱਚ ਕੀਤਾ। ਸਮੇਂ ਦੇ ਨਾਲ ਜਦੋਂ ਉਹ ਬੀਬੀ ਵਿਆਹ ਦੇ ਯੋਗ ਸੀ, ਬਾਪ ਨੇ ਰਾਏ ਕੀਤੀ ਵੀ ਆਪਣੀ ਬੱਚੀ ਦਾ ਨਿਕਾਹ ਕੀਤਾ ਜਾਏ। ਮੁਮਤਾਜ਼ ਨੇ ਆਪਣੇ ਬਾਪੂ ਕੋਲ ਆ ਕੇ ਆਖਿਆ, ਅੱਬਾ
बुरा ना मन्नी, निकाह किन्नियां नाल करना ही। निहंग खां ने एकदम अपनी बच्ची के चेहरे वाल वेख्या, कहन लगा मुमताज की आख्या ही? बीबी मुमताज कहन लगी तुसीं कहा से ना मेरा दिमाग सुता के जागदा है, मैं उस दिन तो भाई बचित्र सिंह नूं अपना पति तस्लीम कर लिया सी। जाके उस इलाके च वेखो बीबी मुमताज की याद भी कायम है और उस बीबी ने अपनी जिंदगी भाई बचित्र सिंह की याद विच बतीत करके गुरु की खुशी नूं प्राप्त किया। उपरंत कलगीधर पातशाह महाराज चमकौर की गढ़ी च आए। लफ्ज असीं चमकौर कह देने आ, निकला चमकौर नहीं। ये अर्थां की व्याख्या करिए तो बड़े बकीमते हैं। चमकौर का भाव है और ही चमक, होर चमक। केड़ी चमक? पढ़दे इतिहास विचों दसत डिग महलों तो कूच किया, दूर अखां तो जदों संतान हो गई, मोर धुजदे अथरू अंत किर गए, बोटी जिगड़दी जदों वरान हो गई, मृत्यु जदों अभिमन्यु दी सुनी अर्जन, ढिली हत्थां चों तीर कमान हो गई। पर धन गुरु कलगियां वालिया जी तुसीं सारा सरबंस लटा दिता। मां किसे पासे, बापू किसे पासे, छोटे लाला नूं नीं चढ़ा दिता। इहनूं असीं तां कहिंदे चमकौर तो भाव होर चमक। ये लफ्ज मैं अपने चाचा जी को पढ़े सन, संत बाबा करतार सिंह खालसा जी पासों। उन्होंने इसकी व्याख्या की, पुत्रो इसका अर्थ है और चमक, होर चमक। गढ़ी च वड़िया है बापू और 8-8 सिंघां नूं चौं पासियों उन्हां दीयां ड्यूटियां लाइयां। गुरमुख प्यारा भाई आलम सिंह जी, भाई मान सिंह जी, अज की भाषा दे जिन्हों आपां सुपरवाइजर कह देने हाँ, उन्हां दी ड्यूटी लाए भी तुसीं वेखो भी किहड़ा पक्ष तगड़ा है, किहड़ा पक्ष कमजोर है, किहड़े पासे आपां किवें वरतना है। ये सतगुरु पातशाह महाराज ने बाबा आलम सिंह ते बाबा मान सिंह की ड्यूटी लाई। ये नाल भाई कोठा सिंह और इस तरह गुरमुखो भाई मदन सिंह, इन्हां ने बेनती की पातशाह साडे ते कृपा करें, साडे ते रहमत करी, साडी दोवां दी दोस्ती है ते साडे मन की भावना भी असीं ड्योढ़ी विच पहरा दईए। हजूर ने आख्या भाई कोठा सिंह ये गल तेरे कहण दा भाव। कोलों भाई मदन सिंह ने बेनती की, पातशाह असीं दोवें दोस्त हां, मित्र हां ते साडे मन की भावना है जदों कोई ड्योढ़ी दे अंदर वड़न दी यतन करेगा, पहला साडा शरीर खत्म करेगा तो मुड़ के बाद विच आवेगा। साडे मन की भावना बाजां वालिया बापू जदों गड़ी वार प्रवेश करे, साडे शरीरां ते पैर रख के लंघे, असीं उन्ना चिर किसी नूं अंदर नहीं जाण देना। ये गल बाबा कोठा सिंह ते बाबा मदन सिंह ने कही। मैं लफ्ज बार बार बाबा रिपीट कर रहा है। बाबा दा भाव बुजुर्ग जिहड़े साडे वास्ते पूरने पा गए ते जिन्हां तो असीं सेध लैणी है। उपरंत जिहड़ा उपर अटारी सी, उस अटारी दे विच बाबा संत सिंह जी, बाबा संगत सिंह जी, ये कलगीधर पातशाह महाराज दे नाल अटारी दे विच हन। बार बार खिजर खां, गुलशेर खां, नार खां, गैरत खां, इन्हां चौं ने एक हंगामी मीटिंग की भी आपां गुरु नाल दो हत्थ किवें करने ने। इन्हां दे विचों जिहड़ा गुलशेर खां सी ना और नाल ख्वाजा मरदूद सी, वो कहण लगे भी साडे मन की भावना भी आपां एकदम गुरु ते हमला ना करिए। कारण कि हुण गुरु साडे घेरे च आ गया है ते साडे मन की भावना भी इनू 2-4 दिन
ਆਪਣੀ ਮौज ਕਰ ਲੈਣ ਦਿਓ ਤੇ ਆਪਾਂ ਤਾਂ ਗੁਰੂ ਨੂੰ ਖਤਮ ਕਰ ਹੀ ਦੇਣਾ ਹੈ। ਇਹ ਉਹਨਾਂ ਨੇ ਮੀਟਿੰਗ ਕੀਤੀ ਤੇ ਕਈ ਕਾਲੇ ਵੀ ਹੁੰਦੇ ਨੇ। ਨਾਰ ਖਾਂ, ਖਿਜਰ ਖਾਂ ਤੇ ਖਵਾਜਾ ਮਰਦੂਦ ਕਹਿਣ ਲੱਗੇ, ਮਿੱਤਰੋ ਕੱਲ ਕਿਹਨੇ ਵੇਖਿਆ ਜੇ ਦਾ ਲੱਗਾ ਤੇ ਅਸੀਂ ਜਿਉਂਦੇ ਨੂੰ ਗੁਰੂ ਨੂੰ ਗੜੀ ਚੋਂ ਫੜ ਕੇ ਆਉਣਾ, ਫੜ ਕੇ। ਇਹ ਉਹਨਾਂ ਨੇ ਰਾਏ ਕੀਤੀ। ਕਿਹਨੇ? ਨਾਰ ਖਾਂ, ਖਿਜਰ ਖਾਂ ਤੇ ਗੈਰਤ ਖਾਂ। ਜਦੋਂ ਇਹਨਾਂ ਨੇ ਇਹ ਬਾਹਰ ਰਾਏ ਕੀਤੀ ਹੈ ਨਾ, ਅਸੀਂ ਆਮ ਕਰਕੇ ਗੁਰਮੁਖੋ ਪ੍ਰਚਾਰਕ ਵੀਰਾਂ ਕੋਲੋਂ ਜਾਂ ਆਮ ਸਾਡੇ ਇੱਕ ਸਾਨੂੰ ਜਾਣਕਾਰੀ ਹੈ, ਅਨੰਦਪੁਰ ਸਾਹਿਬ ਜਿਨ੍ਹਾਂ ਗੁਰੂ ਪਿਆਰ ਨੇ ਸਾਰਿਆਂ ਤੋਂ ਪਹਿਲਾਂ ਸੀਸ ਭੇਟ ਕੀਤਾ, ਉਹਨਾਂ ਨੂੰ ਆਪਾਂ ਪੰਜ ਪਿਆਰੇ ਸਹਿਬਾਨ ਕਰਕੇ ਯਾਦ ਕਰਦੇ ਹਾਂ। ਲੇਕਿਨ ਪੰਜਾਂ ਪਿਆਰਿਆਂ ਤੋਂ ਬਾਅਦ ਜਿਨ੍ਹਾਂ ਪੰਜ ਗੁਰਮੁਖਾਂ ਨੇ ਅੰਮ੍ਰਿਤ ਛਕਿਆ, ਉਹਨਾਂ ਨੂੰ ਇਤਿਹਾਸ ਵਿੱਚ ਪੰਜ ਮੁਕਤੇ ਕਰਕੇ ਲਿਖਿਆ ਗਿਆ। ਇੱਕ ਤਾਂ ਮੁਕਤੇ ਮੁਕਤਸਰ ਸਾਹਿਬ ਵਾਲੇ ਨੇ ਨਾ, ਲੇਕਿਨ ਪੰਜ ਮੁਕਤੇ ਹੋਰ ਵੀ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ, ਉਹਨਾਂ ਨੂੰ ਪੰਜ ਮੁਕਤੇ ਕਿਹਾ ਜਾਂਦਾ। ਤੇ ਆ ਬਾਰਡਰ ਤੇ ਪਿੰਡ ਹੈ ਡੱਲਵਾਂ, ਉਸ ਵਾਂ ਨਗਰ ਦੇ ਵਿੱਚੋਂ ਬਾਬਾ ਈਸ਼ਰ ਸਿੰਘ ਤੇ ਬਾਬਾ ਟਹਿਲ ਸਿੰਘ ਉਹਨਾਂ ਮੁਕਤਿਆਂ ਵਿੱਚ ਸਨ। ਗੁਰਮੁਖੋ ਉਹਨਾਂ ਮੁਕਤਿਆਂ ਨੇ ਬੇਨਤੀ ਕੀਤੀ, ਉਹਨਾਂ ਦੇ ਨਾਮਾਂ ਦਾ ਵੇਰਵਾ ਇਤਿਹਾਸ ਲਿਖਿਆ ਹੈ। ਦੀਵਾਨ ਸਿੰਘ, ਖਜ਼ਾਨ ਸਿੰਘ ਤੇ ਧਿਆਨ ਸਿੰਘ। ਉਹਨਾਂ ਨੇ ਬੇਨਤੀ ਕੀਤੀ, ਬਾਜਾਂ ਵਾਲਿਆ ਬਾਪੂ ਅਸੀਂ ਪਹਿਲਾਂ ਵੀ ਪਛੜ ਗਏ ਹਾਂ, ਸਾਡੇ ਤੇ ਮਿਹਰ ਕਰ, ਸਾਨੂੰ ਲੇਟ ਨਾ ਕਰੀ। ਆਪਾਂ ਪੜ੍ਹਦੇ ਤਾਂ ਹਾਂ ਤੇ ਸੁਣਦੇ ਵੀ ਹਾਂ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ द्वार, ਮਤ ਹਰ पूछे ਕੌਣ ਹੈ, ਪਰਾ ਹਮਾਰੇ ਬਾਰ। ਇਹ ਕੇਵਲ ਤੇ ਕੇਵਲ ਗੁਰਮੁਖੋ ਲਿਖਤ ਨਹੀਂ, ਇਹ ਮੇਰੇ ਬਾਪੂ ਨੇ ਕਰਕੇ ਵਿਖਾਇਆ। ਆਪਾਂ ਤਾਂ ਅਰੇਂਜਮੈਂਟ ਕਰਦੇ ਹਾਂ ਨਾ ਸੌਣ ਤੇ ਬਹਿਣ ਤੇ ਖਾਣ ਦਾ। ਬਾਬਾ ਦੀਵਾਨ ਸਿੰਘ, ਬਾਬਾ ਖਜ਼ਾਨ ਸਿੰਘ, ਬਾਬਾ ਧਿਆਨ ਸਿੰਘ ਜਿਹੜੇ ਉਹਨਾਂ ਮੁਕਤਿਆਂ ਚੋਂ, ਉਹਨਾਂ ਬੇਨਤੀ ਕੀਤੀ, ਮੋਏ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੇ द्वार, ਮਤ ਹਰ पूछे ਕੌਣ ਹੈ, ਪਰਾ ਹਮਾਰੇ ਬਾਰ। ਗੁਰਮੁਖੋ ਸਾਰਿਆਂ ਤੋਂ ਪਹਿਲਾਂ ਉਹਨਾਂ ਮੁਕਤਿਆਂ ਗੁਰਮੁਖਾਂ ਨੇ ਸਤਿਗੁਰੂ ਪਾਤਸ਼ਾਹ ਦੀ ਆਗਿਆ ਲਈ ਉਪਰੰਤ ਬਾਬਾ ਹਿੰਮਤ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ। ਬਾਬਾ ਸਾਹਿਬ ਸਿੰਘ ਨੇ ਬੇਨਤੀ ਕੀਤੀ, ਬਾਬਾ ਮੁਗਮ ਸਿੰਘ ਨੇ ਬੇਨਤੀ ਕੀਤੀ। ਭਰਾ ਸਨ, ਅਮੜਤ ਸੀ। ਤੇ ਬਾਬਾ ਮੁਗਮ ਸਿੰਘ ਕਹਿਣ ਲੱਗਾ, ਹਿੰਮਤ ਸਿਆਂ ਮੰਮੀ ਤੁਹਾਡਾ ਭਰਾ ਭਾਈ ਆ, ਇਹ ਠੀਕ ਹੈ ਮੈਂ ਲੇਟ ਹੋ ਗਿਆ, ਪਰ ਮੈਨੂੰ ਇੰਨਾ ਲੇਟ ਨਾ ਕਰੋ। ਇਹ ਗੱਲ ਬਾਬਾ ਮੁਗਮ ਸਿੰਘ ਜੀ ਨੇ ਕਿਉਂ ਕਹੀ? ਜਦੋਂ ਅਸੀਂ ਪੰਜ ਪਿਆਰੇ ਸਾਹਿਬਾਨਾਂ ਦੇ ਸੀਸ ਭੇਟ ਕਰਨ ਦਾ ਵੇਰਵਾ ਪੜ੍ਹਦੇ ਹਾਂ, ਸਾਰਿਆਂ ਤੋਂ ਪਹਿਲਾਂ ਬਾਬਾ ਦਇਆ ਸਿੰਘ ਜੀ, ਬਾਬਾ ਧਰਮ ਸਿੰਘ ਜੀ, ਤੀਜੇ ਨੰਬਰ ਤੇ ਬਾਬਾ ਹਿੰਮਤ ਸਿੰਘ ਜੀ, ਮੁੜ ਕੇ ਬਾਬਾ ਮੁਗਮ ਸਿੰਘ ਤੇ ਪੰਜਵੇਂ ਤੇ ਬਾਬਾ ਸਾਹਿਬ ਸਿੰਘ ਦੇ ਨਾਮਾਂ ਦਾ ਵੇਰਵਾ ਅਸੀਂ ਪੜ੍ਹਦੇ ਤੇ ਸੁਣਦੇ ਹਾਂ। ਬਾਬਾ ਮੁਗਮ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੈਂ ਪਹਿਲਾਂ ਹੀ ਲੇਟ ਸਾਂ, ਮੇਰੇ ਤੇ ਕਿਰਪਾ ਕਰ, ਮੈਨੂੰ ਲੇਟ ਨਾ ਕਰ, ਮੈਨੂੰ ਆਗਿਆ ਦੇ। ਉਹਨਾਂ ਮੁਕਤਿਆਂ ਤੋਂ ਬਾਅਦ ਗੁਰਮੁਖੋ ਬਾਬਾ ਮੁਗਮ ਸਿੰਘ ਜੀ ਬਾਹਰ ਆਏ, ਆਪਣੀ ਆਹੂਤੀ ਦਿੱਤੀ, ਗੁਰੂ ਕੀ ਚਰਨਾਂ ਚ ਲੀਨ ਹੋਏ। ਉਪਰੰਤ ਜਿਹੜਾ ਤੀਜਾ ਜਥਾ ਸੀ, ਉਹਦੇ ਚ ਗੁਰਮੁਖ ਪਿਆਰੇ ਬਾਬਾ ਹਿੰਮਤ ਸਿੰਘ ਤੇ ਬਾਬਾ ਸਾਹਿਬ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਭਰਾ ਚਲਾ ਗਿਆ ਤੇ ਭਰਾਵਾਂ ਤੋਂ ਭਰਾ ਲੇਟ ਨਹੀਂ ਚਾਹੀਦੇ। ਗੁਰਮੁਖੋ ਚੌਥੇ ਜਥੇ ਦੇ ਵਿੱਚ ਬਾਬਾ ਹਿੰਮਤ ਸਿੰਘ ਤੇ ਬਾਬਾ ਸਾਹਿਬ ਸਿੰਘ ਨੇ ਕੁਰਬਾਨੀ ਦੇ ਕਰਕੇ ਸਤਿਗੁਰੂ ਪਾਤਸ਼ਾਹ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ। ਅੱਗੇ ਆਈ ਵਾਰੀ ਬਾਬਾ ਅਜੀਤ ਸਿੰਘ ਦੀ। ਸਾਡੇ ਕਵੀ ਵੀਰ ਇੱਕ ਬੰਦ ਬੋਲਦੇ ਹੁੰਦੇ ਆ, ਨਾਮ ਹੈ ਅਜੀਤ
जीता न जाऊंगा। मेरा नाम अजीत सिंह रखिया गुरु पिता, मेरे ते हथ रखी, मैं किसी तो हारा ना। बाबा अजीत सिंह ने हथ जोड़ के बेनती की, गुरु पिता जी मेरा भी कुहामा तुहाडे ते मेरा भी हक बनता है। दो तरह के पुत्र होंदे ने गुरमुखो, एक नादी पुत्र, एक बिंदी पुत्र। जिन्ना आपां अमृत छकिया उन्होंने गुरमुखां नूं चेते होवेगा, जदों पंज प्यारे सहबान सानू गुरु के अमृत की दात देंदे ने ना, वो कहिंदे भी गुरमुखो अज तो तुहाडा पिता गुरु गोबिंद सिंह महाराज, तुहाडे माता साहिब कौर जी वासी आनंदपुर साहब दे ते तुहाडा जन्म अज तो केसगढ़ साहब होया है। ये सानू गुरु के पंज प्यारे सहबान कहिंदे हन। इसे तरह बाबा अजीत सिंह ने बेनती की, महाराज मैं तुहाडा बिंदी पुत्र भी हाँ, मैं तुहाडी बिंद तो पैदा होया है, मैं नादी पुत्र भी हाँ, मेरा ज़्यादा हक बनता सी ते मैनू लेट ना करो। मेरे पातशाह ने थापड़ा दिता और नाल गुरमुख प्यारे जिन्होंने अजकल आप कोच कह देने, आम अंग्रेजी प्रचलित है ना, कोच कह देंगे ने, आप आम बोलते हैं उस्ताद। उन्होंने गुरमुख प्यारे बाबा सुखा सिंह बंदूक जी, जिहड़ा आनंदपुर साहब सिंघां नूं बंदूक चलाउण की ट्रेनिंग दिंदा सी, वो बाबा सुखा सिंह कहण लगा, बापू असीं भी तेरे पुत्रां। इस तरह एक गुरमुख प्यारा भाई आलम सिंह जोगी राज करके लिखिया है, शायद इस करके उन्होंने जोगी राज लिखिया क्योंकि वह कांत विच बैठ के मूल मंत्र ते गुरमंत्र का बड़ा जुड़ के अभ्यास करता सी, तां उहदा नाम जोगी राज उहदी अल पै गई। इसे प्रकार ये आलम सिंह जोगी राज, बाबा सुखा सिंह बंदूक जी, इतिहादक ये गुरु के लाल बाबा अजीत सिंह दे नाल बाहर निकले। दुश्मनों ने हमला किया, बाबा अजीत सिंह की कृपान टुट गई। ये नुकता मैं तकरीबन बेनती करता रहना, आप कृपान तां गातरे पाली अमर छक लिया ते कई 12-12 साल म्यान चों कृपान कढ़ के वेखते नहीं भी कृपान किवें है, कदे उन्होंने मांजिया नहीं, कदे सत्कार नहीं किया। कृपान एक चिन्ह नहीं, कृपान की वडियाई कलगीधर बापू पातशाह ने की। कहते ने कृपान पान धारियं करोर पाप टारियं, अस कृपान खंडो खड़ग तुबक तबर अर तीर, सैप सरोई सहथी यह हमारे पीर, जिते शास्त्र नामं नमस्कार तामं, जिन्ने भी शास्त्र ने उन्हों का अदब करता हाँ। हुण आप डोरियां वालियां पाउण लग पे, हुण आप सिर ते 1.5 इंची कृपान टंगली। गुरमुखो ये कलगीधर बापू की आग्या नहीं, कृपान वो है जिहड़ा पूरा शास्त्र होवे। हाँ कृपान दे 2 अर्थ ने, कृपान नाल जुल्म नहीं करना, सी कृपा करनी है, दया करनी है, दया। पर जे कोई साड़ी अणख ते गैरत नूं वंगारदा है, उदों कृपान की वरतों भी करनी, केवल धूप नहीं देना। आ वाकिया होया ना दरबार साहब, सारिਆਂ ने वेख्या जो गुरमुखां ने कीता वो बहुत चंगा, ते मैं इस गल की पुष्टि करदा जिहड़ा गुरु का सत्कार नहीं करता वो साडा लगदा की है। ये नहीं मैं तुहानूं जज्बाती कर ली नहीं कह रहा, याद करो गरजा सिंह ते बाबा बोता सिंह नूं, वो जिथे भी खलोते सन उन्होंने अपनी जान की आहूति दी। ये आप कहिए भी फलानी कमेटी प्रबंध करे, असीं सिख हाँ, हर सिख का फर्ज है भी जिथे भी है वो गुरु पंथ ते गुरु ग्रंथ लिए अपना आपा कुर्बान कर दे। ये नहीं भी दूजा आवे ते मैं कहां तू सांभ लै, बिल्कुल नहीं। असीं जदों 5 प्यारिਆਂ कोल अमृत छकिया, साडा सिर साडा नहीं रहा, उहदे ते गुरु गोबिंद सिंह सच्चे पातशाह का कब्जा है। ते गुरु गोबिंद सिंह सच्चे पातशाह के सिद्धांत ते सत्कार के संबंध में कोई साडे ते वादा करदा उन्होंने गुंजाइश नहीं। गुरु साडे ते कृपा करे, मैं इस पासे बहुता ना जावां। अपरंत कृपान टुट गई, बाबे कोल नेजा सी।
ਇੱਕ ਅਨਵਰ ਖਾਨ ਨਾਂ ਦਾ ਪਠਾਨ ਉਹ ਪਾਲਕੀ 'ਚ ਬੈਠਾ ਹੈ। ਬਾਬਾ ਅਜੀਤ ਸਿੰਘ ਨੇ ਉਹਦੇ ਤੇ ਹਮਲਾ ਕੀਤਾ ਤੇ ਉਹਨੇ ਬਹੁਤ ਮਜ਼ਬੂਤ ਲੋਹੇ ਦੀ ਸੰਜੋਗ ਪਹਿਨੀ ਹੋਈ ਸੀ। ਜਦੋਂ ਸੰਜੋਗ ਵਿੱਚ ਵਾਰ ਕੀਤਾ ਤੇ ਅਗਲਾ ਫਾੜਾ ਟੁੱਟ ਗਿਆ। ਉਪਰੰਤ ਕੱਲਾ ਕੇਵਲ ਪਿੱਛੇ ਡਾਂਗ ਰਹਿ ਗਈ। ਵਿਰੋਧੀਆਂ ਨੇ ਬਾਬਾ ਅਜੀਤ ਸਿੰਘ ਦਾ ਰੇਜਾ ਰੇਜਾ ਕਰ ਦਿੱਤਾ। ਯਾਦ ਰੱਖੋ, ਆਪਾਂ ਪੁੱਤਾਂ ਵਾਲੇ ਹਾਂ। ਉਪਰੰਤ ਬਾਬਾ ਜੁਝਾਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਛੋਟਾ ਜਿਹਾ ਹੋਇਆ, ਮੇਰੀ ਵਾਰੀ ਬਾਅਦ ਵਿੱਚ ਬਣਦੀ ਸੀ ਨਾ, ਪਰ ਪਿਤਾ ਜੀ ਇੱਕ ਬੇਨਤੀ ਕਰਾਂ, ਪੁੱਤਰ ਖੁੱਲ ਕੇ ਗੱਲ ਕਰ। ਪਿਤਾ ਜੀ ਤੋਂ ਵੱਡੇ ਭਰਾ ਦੀ ਜੰਨ ਚੜ੍ਹਦੀ ਹੈ ਨਾ, ਨਾਲ ਸਰਬਾਲਾ ਵੀ ਹੁੰਦਾ ਹੈ। ਜੇ ਮੇਰੇ ਵੀਰ ਦੀ ਜੰਨ ਚੜੀ ਤੇ ਮੈਨੂੰ ਸਰਬਾਲਾ ਦਾ ਬਣਾ ਦੇ ਨਾ। ਇਹ ਗੱਲ ਬਾਬਾ ਜੁਝਾਰ ਸਿੰਘ ਨੇ ਕਲਗੀਧਰ ਬਾਪੂ ਨੂੰ ਆਖੀ, ਪਿਤਾ ਜੀ ਜੇ ਮੇਰਾ ਵੀਰ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਗਿਆ ਤੇ ਨਾਲ ਸਰਬਾਲੇ ਦੇ ਤੌਰ ਤੇ ਮੇਰੇ ਤੇ ਕਿਰਪਾ ਵੀ ਕਰੋ। ਔਰ ਗੁਰਮੁਖੋ ਬਾਬਾ ਜੁਝਾਰ ਸਿੰਘ ਜੀ ਬਾਹਰ ਆਏ। ਦੁਸ਼ਮਣਾਂ ਨੂੰ ਪਤਾ ਸੀ, ਉਹਨਾਂ ਨੇ ਬਾਬਾ ਜੁਝਾਰ ਸਿੰਘ ਦੇ ਸਰੀਰ ਦਾ ਰੇਜਾ ਰੇਜਾ ਕਰ ਦਿੱਤਾ। ਕਿਹੋ ਜਿਹਾ ਬਾਪ ਹੈ ਜਿਹੜਾ ਚਮਕੌਰ ਦੀ ਗੜੀ ਦੀ ਅਟਾਰੀ ਚੋਂ ਜਕਾਰੇ ਛੱਡਦਾ ਜਕਾਰੇ। ਔਰ ਸਿੰਘਾਂ ਨੇ ਆਖਿਆ, ਪਾਤਸ਼ਾਹ ਕੀ ਕਾਰਨ ਹੈ? ਕਹਿੰਦੇ, ਸਿੰਘੋ ਮੇਰੇ ਪੁੱਤਰਾਂ ਦੀਆਂ ਬੋਟੀਆਂ ਇੱਲਾਂ ਤੋੜ ਕੇ ਕਾਸ਼ ਨੂੰ ਲਿਜਾਣਗੀਆਂ, ਮੇਰੇ ਪੰਨ ਦੇ ਝੰਡੇ ਝੂਲਣਗੇ। ਮੇਰੇ ਪੁੱਤਰਾਂ ਦਾ ਮਾਸ ਕੀੜੀਆਂ ਤੋੜ ਕੇ ਲਿਜਾਣਗੀਆਂ, ਮੇਰੇ ਪੰਨ ਦੀਆਂ ਜੜ੍ਹਾਂ ਡੂੰਘੀਆਂ ਹੋਣਗੀਆਂ। ਇਹ ਕਲਗੀਧਰ ਬਾਪੂ ਦਾ ਸਾਡੇ ਤੇ ਰਹਿਮਤ ਭਰਿਆ ਹੱਥ ਹੈ, ਜਿਨ੍ਹਾਂ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਗੇ ਤੂੰ ਕਿਆ ਹੁਆ ਜੀਵਤ ਲਾਖ ਹਜ਼ਾਰ। ਉਪਰੰਤ ਗੁਰਮੁਖੋ ਭਾਈ ਕੇਸਰ ਸਿੰਘ, ਭਾਈ ਅਮੋਲਕ ਸਿੰਘ ਇਤਿਆਦਿਕ, ਭਾਈ ਕੀਰਤ ਸਿੰਘ, ਭਾਈ ਮੇਹਰ ਸਿੰਘ, ਇਹਨਾਂ ਗੁਰਮੁਖਾਂ ਦਾ ਜਥਾ ਗਿਆ। 8 ਸਿੰਘਾਂ ਦਾ। ਇਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੋਂ ਨਿਸ਼ਾਵਰ ਹੋ ਗਏ, ਸ਼ਹੀਦ ਹੋ ਗਏ। ਉਹਦੇ ਤੋਂ ਉਪਰੰਤ ਇਹ ਗੱਲ ਮੈਂ ਕਹਿਣੀ ਭੁੱਲ ਚੱਲਿਆ ਸਾਂ, ਜਿਹੜੇ ਨਾਰ ਖਾਂ ਤੇ ਗੈਰਤ ਖਾਂ ਸੀ, ਬੜੇ ਕਾਹਲੇ ਪਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਫੜ ਕੇ ਲਿਆਉਣਾ। ਦਸਮ ਪਾਤਸ਼ਾਹ ਨੇ ਆਪਣੀ ਸਵੈ ਲਿਖਤ ਵਿੱਚ ਵੀ ਜ਼ਿਕਰ ਕੀਤਾ ਹੈ, ਜਦੋਂ ਮਾੜਾ ਜਿਹਾ ਨਾਰ ਖਾਂ ਸਾਹਮਣੇ ਹੋਇਆ, ਹਜ਼ੂਰ ਨੇ ਤੀਰ ਮਾਰਿਆ ਕੱਸ ਕੇ ਮੂੰਹ 'ਚ। ਜਿਹੜਾ ਪੌੜੀਆਂ ਲਾ ਕੇ ਚੜਿਆ ਸੀ, ਗੁਰਮੁਖੂ ਧਰਮ ਕਰਦਾ ਥੱਲੇ ਡਿੱਗ ਪਿਆ। ਇਹ ਨਾਰ ਖਾਂ ਕੌਣ ਹੈ? ਮਲੇਰ ਕੋਟਲੇ ਦਾ ਨਵਾਬ। ਕਲਗੀਧਰ ਬਾਪੂ ਰੰਗਜੇਬ ਨੂੰ ਲਿਖਦੇ ਨੇ, ਰੰਗਜੇਬ ਤੇਰਾ ਨਾਰ ਖਾਂ ਸਾਹਮਣੇ ਆਇਆ, ਅਸੀਂ ਇੱਕ ਤੀਰ ਦੇ ਨਾਲ ਉਹਨੂੰ ਬਿਸ਼ਤਾਂ ਦੀ ਟਿਕਟ ਦਿੱਤੀ। ਤੇਰਾ ਖਵਾਜਾ ਮਰਦੂਦ ਲੁੱਗ ਗਿਆ, ਕਿਤੇ ਤੂੰ ਵੀ ਸਾਹਮਣੇ ਆਵੇਂ ਤੇ ਫੇਰ ਪਤਾ ਚੱਲੇ ਅਕਾਲ ਪੁਰਖ ਦੀ ਸਾਡੇ ਤੇ ਕਿੰਨੀ ਕਿਰਪਾ। ਪਰ ਤੇਰਾ ਝੂਠਾ ਸਰੀਰ, ਤੇਰੀ ਝੂਠੀ ਆਤਮਾ। ਉਸ ਮੌਕੇ ਗੁਰਮੁਖੋ 5 ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਬਾਜਾਂ ਵਾਲਿਆ ਸਾਨੂੰ ਤੇਰੇ ਤੇ ਹਮਾ, ਤੂੰ ਦਿਲ ਤੋੜਦਾ ਹੀ ਨਹੀਂ, ਸਾਨੂੰ ਆਪਣਾ ਜਾਣ ਕੇ ਮਾਣ ਰੱਖੇਗਾ, ਕਿਉਂਕਿ ਅਸੀਂ ਤੇਰੇ ਬੇਟੇ ਹਾਂ। ਚਮਕੌਰ ਦੀ ਗੜੀ ਛੱਡ ਕੇ ਚਲਾ ਜਾ। ਇੱਥੇ ਇੱਕ ਨੁਕਤਾ ਹੈ, ਤੁਹਾਡੇ ਚੋਂ ਕੋਈ ਗੁਰਮੁਖ ਪਿਆਰਾ ਕਹਿ ਸਕਦਾ ਵੀ ਗਿਆਨੀ ਜੀ ਉਹਨਾਂ ਇਹ ਕਿਉਂ ਕਿਹਾ ਵੀ ਤੂੰ ਚਲਾ ਜਾ, ਉਹਨਾਂ ਇਹ ਕਿਉਂ ਨਹੀਂ ਕਿਹਾ ਵੀ ਤੁਸੀਂ ਚਲੇ ਜਾਓ। ਆਪਾਂ ਜਦ ਬੋਲਦੇ ਹਾਂ ਨਾ, ਆਪਾਂ ਬਹੁ ਵਚਨ ਬੋਲਦੇ ਹਾਂ, ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਚਲਾ ਜਾ ਕਿਉਂ ਆਖਿਆ? ਇਹਦਾ ਜਵਾਬ ਭਾਈ ਗੁਰਦਾਸ ਸਿੰਘ ਦਿੰਦੇ ਨੇ, ਕਹਿੰਦੇ ਵਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਯੂਨੀਕ ਹੈ, ਇਹ ਲਸਾਨੀ ਹੈ, ਇਹਦੇ ਵਰਗਾ ਹੋਰ ਕੋਈ ਨਹੀਂ। ਮੈਂ ਪਹਿਲਾਂ ਬੰਦ ਪੜਿਆ, ਦਸਤ ਡਿੱਗ ਮਹੱਲਾਂ ਤੋਂ ਕੂਚ ਕੀਤਾ। ਇਹਨੂੰ ਕਿਉਂ ਕਿਹਾ ਗਿਆ ਵੀ ਤੂੰ ਚਲਾ ਜਾ? ਦਸਤ ਡਿੱਗ ਮਹੱਲਾਂ ਤੋਂ ਕੂਚ ਕੀਤਾ,
ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ, ਮੋਰ ਧੁੱਜਦੇ ਅਥਰੂ ਅੰਤ ਕਿਰ ਗਏ, ਬੋਟੀ ਜਿਗੜਦੀ ਜਦੋਂ ਵਰਾਨ ਹੋ ਗਏ, ਮਿਰਤੂ ਜਦੋਂ ਅਭਮੰਨੂ ਦੀ ਸੁਣੀ ਅਰਜਨ, ਢਿੱਲੀ ਹੱਥਾਂ ਚੋਂ ਤੀਰ ਕਮਾਨ ਹੋ ਗਏ। ਪਰ ਧੰਨ ਗੁਰੂ ਕਲਗੀਆਂ ਵਾਲਿਆ ਜੀ, ਤੁਸੀਂ ਸਾਰਾ ਸਰਬੰਸ ਲਟਾ ਦਿੱਤਾ। ਮਾਤਾ ਕਿਸੇ ਪਾਸੇ, ਬਾਪੂ ਕਿਸੇ ਪਾਸੇ, ਛੋਟੇ ਲਾਲਾਂ ਨੂੰ ਨੀ ਚਣਵਾ ਦਿੱਤਾ। ਮੇਰੇ ਲਾਗੇ ਦੇ ਪਿੰਡਾਂ 'ਚ ਬਾਬਾ ਸੋਹਣ ਸਿੰਘ ਸੀਤਲਾ ਪਿੰਡ ਮੇਰੇ ਪਿੰਡ ਤੋਂ 4 ਮੀਲ ਹੈ। ਉਹਨਾਂ ਨੇ ਇੱਕ ਬੜਾ ਪਿਆਰਾ ਬੰਦ ਲਿਖਿਆ। ਉਹ ਕਹਿੰਦੇ, ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂਦੇ ਜਾਨ ਸਹਾਰਾ ਇਹ ਜ਼ਿੰਦਗੀ ਦਾ, ਮਰ ਗਿਆ ਤੂੰ ਪਿੱਛੋਂ ਨਿਸ਼ਾਨ ਪੁੱਤਰ। ਸੀਤਲ ਪੁੱਤਰਾਂ ਬਾਝ ਨਾ ਹੋਣ ਮਾਪੇ, ਮਾਪੇ ਜਿੰਦ ਤੇ ਵਿੱਚ ਪ੍ਰਾਣ ਪੁੱਤਰ। ਪੁੱਤਰ ਇੰਨਾ ਪਿਆਰਾ ਹੈ, ਲੇਕਿਨ ਪੁੱਤਰਾਂ ਦੇ ਸ਼ਹੀਦ ਹੋਣ ਤੇ ਕਲਗੀਧਰ ਬਾਪੂ ਜਕਾਰੇ ਛੱਡਦਾ ਹੈ। ਸਿੰਘਾਂ ਨੇ ਆਖਿਆ, ਮਹਾਰਾਜ ਚਮਕੌਰ ਦੀ ਗੜੀ ਛੱਡ ਜਾ, ਅਸੀਂ ਆਪਣਾ ਜਾਣ ਕੇ ਤੇਰੇ ਅੱਗੇ ਹਾੜਾ ਕੱਢਦੇ ਆ। ਕਿਉਂ ਸਿੰਘੋ, ਤੁਸੀਂ ਮੈਨੂੰ ਜਾਨ ਤੂੰ ਪਿਆਰੇ ਹੋ। ਕਹਿੰਦੇ, ਮਨ ਸਾਡੀ ਇੱਕ ਮਜਬੂਰੀ ਹੈ, ਮਜਬੂਰੀ। ਹਜ਼ੂਰ ਨੇ ਉੱਪਰ ਨਿਗਾਹ ਕਰਕੇ ਆਖਿਆ, ਦਇਆ ਸਿੰਘਾ ਕਾਹਦੀਆਂ ਮਜਬੂਰੀਆਂ ਭਾਈ? ਕਹਿਣ ਲੱਗਾ, ਮਹਾਰਾਜ ਅਸੀਂ ਲੱਖਾਂ ਤੇ ਕਰੋੜਾਂ ਵੀ ਇਕੱਠੇ ਹੋ ਜਾਈਏ, ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਤੂੰ ਨਿਗਾਹ ਕਰੇ ਤੇ ਤੂੰ ਸਾਡੇ ਵਰਗੇ ਕਰੋੜਾਂ ਬਣਾ ਸਕਦਾ। ਸਾਡੀ ਮਜਬੂਰੀ ਵੀ ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਸਾਡੀ ਬੇਨਤੀ ਮੰਨ ਕੇ ਆਨੰਦ ਚਮਕੌਰ ਦੀ ਗੜੀ ਚੋਂ ਬਾਹਰ ਹੋ ਜਾਓ। ਅਸੀਂ ਇੱਥੇ ਇੱਕ ਬੜੀ ਢਿੱਲੀ ਜੀ ਗੱਲ ਆਮ ਕਰਕੇ ਕਹਿ ਦਿੰਦੇ ਬਿਨਾਂ ਵਿਚਾਰ ਤੋਂ। ਆਖੇ ਸਿੰਘਾਂ ਨੇ ਹੁਕਮ ਕੀਤਾ। ਗੁਰਮੁਖੋ ਸਿੰਘ ਉਹ ਜਿਹੜਾ ਗੁਰੂ ਦਾ ਹੁਕਮ ਮੰਨਦਾ, ਹੁਕਮ ਕਰੀਦਾ ਨੀਗਾ। ਹੁਕਮ ਮੰਨੀਦਾ, ਗੁਰੂ ਨੂੰ ਹੁਕਮ ਦੇਈਦਾ ਨਹੀਂ। ਕਿਉਂਕਿ ਆਪਾਂ ਗੁਰਬਾਣੀ 'ਚ ਪੜ੍ਹਦੇ ਹੁਕਮ ਮੰਨਿਆ। ਜਿਹੜਾ ਹੁਕਮ ਮੰਨਦਾ ਨਾ, 4 ਪੌੜੀਆਂ ਪਰ ਜਾਣਾ ਪੜ੍ਹਦੇ ਆ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਾਵੇ ਮੋਖ ਦਵਾਰ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪੈਸੇ। ਬਾਜਾਂ ਵਾਲਾ ਬਾਪੂ ਕਹਿਣ ਲੱਗਾ, ਸਿੰਘੋ ਤੁਹਾਡੀ ਮੰਨ ਲਈ, ਪਰ ਮੈਂ ਲੋਕੇ ਨਹੀਂ ਜਾਣਾ। ਔਰ ਉਸ ਮੌਕੇ ਗੁਰਮੁਖੋ 5 ਸਿੰਘਾਂ ਨੂੰ ਇਕੱਠੇ ਬਿਠਾ ਕਰਕੇ ਅਗਲੀ ਜਿਹੜੀ ਮੈਂ ਗੱਲ ਕਹਿਣ ਲੱਗਾ, ਇਤਿਹਾਸ ਸਾਡੇ ਇਤਿਹਾਸ ਗ੍ਰੰਥਾਂ ਵਿੱਚ ਥੋੜ੍ਹਾ ਜਿਹਾ ਕੁਝ ਵਖਰੇਵਾ ਹੈ। ਉਹ ਕੀ, ਕੁਝ ਇਤਿਹਾਸਕਾਰਾਂ ਵੀਰਾਂ ਲਿਖਿਆ ਵੀ ਜਿਹੜੀ ਕਲਗੀ ਸੀ ਉਹ ਬਾਬਾ ਸੰਗਤ ਸਿੰਘ ਦੇ ਮੱਥੇ ਤੇ ਲਾਈ ਗਈ। ਕੁਝ ਇਤਿਹਾਸਕ ਗ੍ਰੰਥਾਂ 'ਚ ਲਿਖਿਆ ਕਿ ਬਾਬਾ ਸੰਤ ਸਿੰਘ ਪੱਟੀ ਜਿਹੜਾ ਆ ਤਰਨਤਾਰਨ ਦੇ ਲਾਗੇ ਪਰਨ ਨਗਰ ਹੈ, ਉੱਥੋਂ ਦੇ ਗੁਰਮੁਖ ਪਿਆਰੇ ਬਾਬਾ ਸੰਤ ਸਿੰਘ ਦੇ ਮੱਥੇ ਤੇ ਲਾਈ ਗਈ। ਪਰ ਭਾਈ ਵੀਰ ਸਿੰਘ ਨੇ ਬੜੀ ਸਿਆਣੀ ਗੱਲ ਲਿਖੀ। ਕਹਿੰਦੇ, ਗੁਰਮੁਖੋ ਭਾਵੇਂ ਸੰਤ ਸਿੰਘ ਦੇ ਮੱਥੇ ਤੇ ਲਾਈ ਗਈ, ਕਲਗੀ ਤੈਅ ਕਰਨਾ, ਭਾਵੇਂ ਸੰਗਤ ਸਿੰਘ ਦੇ ਮੱਥੇ ਤੇ ਲਾਈ ਗਈ, ਲੇਕਿਨ ਗੁਰੂ ਨੇ 5 ਨੂੰ ਇਕੱਠਿਆਂ ਕਰਕੇ ਆਖਿਆ ਸੀ, ਗੁਰੂ ਪੰਥ, ਗੁਰੂ ਪੰਥ, ਗੁਰੂ ਪੰਥ। ਔਰ ਆਪਾਂ ਇਹ ਵੀ ਪੜ੍ਹਦੇ ਹਾਂ, ਰਾਇਤ ਸਾਹਿਤ ਜੈ ਪਾਂਚੂ ਮਿਲੇ, ਮਮ ਸਰੂਪ ਤੇ ਜਾਨੋ ਭਲੇ। ਇੰਨੀ ਗੱਲ ਕਹਿ ਕੇ ਮੇਰੇ ਬਾਜਾਂ ਵਾਲੇ ਦੇ ਨਾਲ ਬਾਬਾ ਦਇਆ ਸਿੰਘ ਜੀ, ਬਾਬਾ ਧਰਮ ਸਿੰਘ ਜੀ, ਬਾਬਾ ਮਾਨ ਸਿੰਘ ਜੀ, ਇਹ 3 ਨਾਲ ਲੈ ਵੀ ਆਪਾਂ ਧਰੂ ਤਾਰੇ ਦੀ ਸੇਧ ਤੇ ਫਲਾਣੇ ਥਾਂ ਤੇ ਨਿਕਲਾਂਗੇ। ਉਪਰੰਤ ਜਿਹੜਾ ਨਗਾਰਾ ਸੀ, ਕਈ ਬੰਦਿਆਂ ਨੂੰ ਨਗਾਰੇ ਨਾਲ ਬੜੀ ਐਲਰਜੀ ਹੈ। ਇਹ ਨਗਾਰਾ ਕਿਉਂ ਵਜਾਉਂਦੇ ਹੋ? ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰਮੁਖ ਪਿਆਰਿਓ, ਜਦੋਂ ਬਾਪੂ ਚਮਕੌਰ ਦੀ ਗੜੀ ਚੋਂ ਨਿਕਲਿਆ, ਇਤਿਹਾਸ ਪੜ੍ਹ ਕੇ ਵੇਖੋ, ਬਾਬਾ ਕਾਲਾ ਸਿੰਘ, ਮਾਫ ਕਰਨਾ, ਬਾਬਾ ਦੇਵਾ ਸਿੰਘ, ਬਾਬਾ ਰਾਮ ਸਿੰਘ, ਇਹ 4 ਗੁਰਮੁਖ ਪਿਆਰਿਆਂ ਦੀ ਡਿਊਟੀ ਲਾਈ ਵੀ ਤੁਸੀਂ 4 ਪਾਸਿਆਂ ਤੋਂ ਗੁੱਠਾਂ ਤੇ ਖਲੋਣਾ ਹੈ। ਔਰ ਬਾਬਾ ਕਾਲਾ ਸਿੰਘ ਤੇ ਬਾਬਾ ਜਿਉਂਦ ਸਿੰਘ, ਜਿਨ੍ਹਾਂ ਨੂੰ ਆਪਾਂ ਪਹਿਲਾਂ ਬਾਬਾ ਜੈਤਾ ਜੀ ਕਹਿੰਦੇ ਤੇ ਮੁੜ ਕੇ ਬਾਬਾ ਜਿਉਂਦ ਸਿੰਘ ਬਣੇ, ਉਹ ਬਾਬਾ ਕਾਲਾ ਸਿੰਘ ਤੇ ਬਾਬਾ ਜਿਉਂਦ ਸਿੰਘ, ਇਹ ਕਲਗੀਧਰ ਪਾਤਸ਼ਾਹ ਨੇ ਨਗਾਰੇ ਤੇ ਡਿਊਟੀ ਲਾਈ। ਗੁਰਮੁਖੋ, ਜਦ ਤੱਕ ਸਰੀਰ ਹੈ ਨਾ, ਨਗਾੜਾ ਖੜਕਾਈ ਚੱਲਣਾ। ਬਾਬਾ ਕਾਲਾ ਸਿੰਘ ਜੀ, ਬਾਬਾ ਜਿਉਂਦ ਸਿੰਘ ਜੀ। ਉਪਰੰਤ 4 ਗੁਰੂ ਕੇ ਲਾਲ 4 ਪਾਸਿਆਂ ਤੇ ਨਿਯੁਕਤ ਕੀਤੇ ਗੁੱਠਾਂ ਦੇ ਵਿੱਚ। ਭਾਈ ਰਾਮ ਸਿੰਘ ਜੀ, ਭਾਈ ਖਜ਼ਾਨ ਸਿੰਘ ਜੀ, ਭਾਈ ਧਿਆਨ ਸਿੰਘ ਜੀ, ਇਤਿਆਦਿਕ ਇਹਨਾਂ 4 ਗੁਰਮੁਖਾਂ ਦੀ ਡਿਊਟੀ ਲਾ ਕੇ ਕਲਗੀਧਰ ਬਾਪੂ ਜੀ ਬਾਹਰ ਨਿਕਲਿਆ।
ਬਾਬਾ ਦਇਆ ਸਿੰਘ ਨੇ ਆਪਣਾ ਕੱਪੜਾ ਲਾਹ ਕੇ ਬਾਬਾ ਜੁਝਾਰ ਸਿੰਘ ਦੇ ਤਨ ਨੂੰ ਢੱਕਣ ਦਾ ਯਤਨ ਕੀਤਾ। ਕਿਹੋ ਜਿਹਾ ਗੁਰੂ ਹੈ? ਕਹਿੰਦਾ ਦਇਆ ਸਿੰਘਾ, ਸਮੇਂ ਦੀ ਕਦਰ ਕਰ, ਆਪਣੀ ਮੰਜ਼ਿਲ ਦੂਰ ਹੈ। ਔਰ ਉਹਦੇ ਤੋਂ ਬਾਅਦ ਜਿਵੇਂ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲ ਨੂੰ ਗਏ, ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਆਪਾਂ ਗੁਰਮੁਖੋ ਕੱਲ ਨੂੰ ਵਿਚਾਰ ਕਰਾਂਗੇ। ਹੁਣ ਸਮੇਂ ਦੇ ਮੁਤਾਬਕ ਜੋ ਗੁਰੂ ਕਾ ਪਾਵਨ ਫਰਮਾਨ ਹੈ, ਇਹਦੇ ਅਖਰੀ ਅਰਥ ਸਰਵਣ ਕਰੋ ਜੀ। ਗੁਰਪੂਰਾ ਭੇਟਿਓ ਵੱਡ ਭਾਗੇ। ਜਿਨ੍ਹਾਂ ਦੇ ਭਾਈ ਪੂਰੇ ਕਰਮ ਨੇ, ਵੱਡੇ ਭਾਗ ਨੇ, ਉਹਨਾਂ ਨੂੰ ਪੂਰਨ ਗੁਰੂ ਨਾਲ ਸੰਪਰਕ ਹੋ ਗਿਆ, ਪੂਰੇ ਗੁਰੂ ਨਾਲ ਮਿਲ ਗਏ। ਭੇਟੇ ਤੋਂ ਭਾਵ ਮਲਾਪ। ਕੱਲਾ ਵੇਖਣ ਨਾਲ ਬਾਤ ਨਹੀਂ ਜੇ ਬਣਦੀ। ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਮਿਲਿਆ ਤਾਂ ਦੁਨੀ ਚੰਦ ਮਸੰਦ ਵੀ ਸੀ ਮਜੀਠੇ ਵਾਲਾ, ਉਹ ਵੀ ਉੱਥੇ ਰਹਿੰਦਾ ਸੀ, ਦੇਖ ਸਕਦਾ ਸੀ ਖੁੱਲੀ, ਜੋਤਾਂ ਦਾ ਘਿਓ ਪੀ ਜਾਂਦਾ ਸੀ। ਲੇਕਿਨ ਗੁਰੂ ਨਾਲ ਮਿਲਿਆ ਬਾਬਾ ਬਚਿੱਤਰ ਸਿੰਘ, ਉਹਨੇ ਹਾਥੀ ਦਾ ਮੁਕਾਬਲਾ ਕੀਤਾ ਤੇ ਦੁਨੀ ਚੰਦ ਉੱਥੇ ਰਹਿਣ ਵਾਲਾ ਕੱਲਾ ਕੜਾਹ ਖਾਣ ਵਾਲਾ ਯਾਰ ਗੁਰਮੁਖੋ ਅਨੰਦਪੁਰ ਸਾਹਿਬ ਤੋਂ ਭੱਜ ਗਿਆ। ਕਿਉਂਕਿ ਮਨ ਕਰਕੇ ਨਹੀਂ ਮਿਲਿਆ। ਉਹਨੇ ਕੇਵਲ ਤੇ ਖਾਣ ਤੇ ਪੀਣ ਨੂੰ ਪ੍ਰੈਫਰੈਂਸ ਦਿੱਤੀ ਹੈ। ਇਸ ਕਰਕੇ ਮੇਰੇ ਗੁਰਦੇਵ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਮਨ ਕਰਕੇ ਗੁਰੂ ਨਾਲ ਮਿਲ ਗਏ ਤੇ ਹੋਇਆ ਕਿ ਮਨ ਹੈ ਭਇਆ ਪਰਗਾਸਾ। ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਚਾਨਣ ਹੋ ਗਿਆ। ਅਖਬਾਰ ਪੜ੍ਹੀ ਦੀ ਤੁਹਾਡੇ ਸਾਰਿਆਂ ਦੇ ਘਰਾਂ 'ਚ ਆਉਂਦਾ ਹੋਵੇਗਾ। ਅਖਬਾਰਾਂ ਵਾਲੇ ਇੱਕ ਨਾਲ 3-4 ਇਸ਼ਤਿਹਾਰ ਹੀ ਬਣਦੇ ਨੇ ਕਿ ਕਾਲੇ ਇਲਮ ਦੇ ਮਾਹਰ। ਉਹਨਾਂ ਵਿਚਾਰਿਆਂ ਦੀ ਮਜਬੂਰੀ ਹੈ ਤੇ ਇਹ ਉਹ ਤਾਂ ਬਣਦੇ ਨੇ ਵੀ ਕਈ ਕਾਲੇ ਇਲਮ ਦੇ ਚਾਹਵਾਨ ਹੋਣਗੇ ਤੇ ਉਹ ਦੁਕਾਨਾਂ ਉਹਦਾ ਇਸ਼ਤਿਹਾਰ ਤਾਂ ਹੀ ਵਿਕਦੇ ਨੇ ਨਾ, ਤਾਂ ਹੀ ਜਾਂਦੇ ਹੋਣਗੇ ਨਾ। ਆਖਰ ਜਿਹੜਾ ਇਸ਼ਤਿਹਾਰ ਛਪਾਉਂਦਾ ਪੈਸੇ ਵੜਦਾ ਵਾ ਕਿ ਤਾਂ ਹੀ ਇਸ਼ਤਿਹਾਰ ਛਪਾਉਂਦਾ ਨਾ। ਗੁਰੂ ਕੇ ਸਿੱਖੋ, ਕਾਲੇ ਇਲਮ ਵਾਲੇ ਹਨੇਰੇ 'ਚ ਨਾ ਜਾਓ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚਾਨਣ ਵਾਲੇ ਪਾਸੇ ਆਓ ਤੇ ਠੇਡੇ ਨਹੀਂ ਵੱਜਣਗੇ। ਜਿਹੜੇ ਪੂਰਨ ਗੁਰੂ ਨਾਲ ਮਿਲ ਗਏ, ਉਹਨਾਂ ਦੇ ਅੰਦਰ ਚਾਨਣ ਹੋ ਗਿਆ। ਤੇ ਚਾਨਣ ਕਾਹਦਾ? ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਕੋਈ ਨਾ ਪਹੁੰਚਨ ਹਾਰਾ ਦੂਜਾ। ਜੇ ਕੋਈ ਗੁਰੂ ਦਾ ਮੁਕਾਬਲਾ ਕਰਨਾ ਚਾਹੇ ਤੇ ਕਿਸੇ ਵਿੱਚ ਤਾਕਤ ਨਹੀਂ। ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ, ਰਾਜਾ ਦਸ਼ਰਥ ਮੱਲਾਂ ਤੋਂ ਡਿੱਗ ਕੇ ਮਰ ਗਿਆ। ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਵਾਲਮੀਕੀ ਰਮਾਇਣ ਛਪਾਈ, ਮੈਂ ਉਹ ਪੜ੍ਹੀ ਹੈ ਪੰਜਾਬੀ 'ਚ। ਉੱਥੇ ਲਿਖਿਆ ਕਿ ਰਾਜੇ ਦਸ਼ਰਥ ਨੂੰ ਹਾਰਟ ਅਟੈਕ ਹੋਇਆ ਤੇ ਉਹਦੀ ਮੌਤ ਹੋਈ। ਕਾਰਨ ਕੀ? ਪੁੱਤਰ ਦਾ ਵਿਛੋੜਾ। ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਕੋਈ ਕਵੇ ਨਾ ਵੀ ਮੈਂ ਗੁਰੂ ਦਾ ਮੁਕਾਬਲਾ ਕਰ ਲਾਂ ਤੇ ਨਹੀਂ ਜੀ ਹੋਣਾ। ਆਪਣੇ ਸਾਹਿਬ ਕਾ ਪਰਵਾਸਾ। ਇਸ ਕਰਕੇ ਜਿਹੜੇ ਸਾਰਿਆਂ ਤੋਂ ਉੱਚਾ ਵਾਹਿਗੁਰੂ ਤੇ ਗੁਰਦੇਵ ਨੇ ਨਾ, ਉਹਨਾਂ ਤੇ ਯਕੀਨ ਰੱਖ, ਉਹਨਾਂ ਤੇ ਵਿਸ਼ਵਾਸ ਰੱਖ। ਆਪਣੇ ਸਤਿਗੁਰ ਕੈ ਬਲਿਹਾਰਾ। ਆਪਾਂ ਆਪਣੇ ਗੁਰੂ ਤੋਂ ਸਦਕੇ ਜਾਣਾ ਕਰੀਏ। ਆਗੈ ਸੁਖ ਪਾਸ਼ਾ ਸੁਖ ਸਹਜਾ। ਗੁਰਮੁਖੋ ਜਦੋਂ ਮੈਂ ਮੱਥਾ ਟੇਕਿਆ ਨਾ ਦਰਬਾਰ ਸਾਹਿਬ ਅੱਜ ਅੰਦਰ ਵੜ ਕੇ, ਤੇ ਕੀ ਵੇਖਿਆ, ਪ੍ਰਕਰਮਾਂ ਤੇ ਮੱਥਾ ਲਾਇਆ ਤੇ ਠੰਡਾ ਲੱਗਾ ਮੱਥੇ ਨੂੰ। ਅੱਜ ਦੀ ਗੱਲ ਜੇ, ਇੱਕਦਮ ਮੇਰੀ ਸੁਦਾ ਚਮਕੌਰ ਵਾਲੇ ਪਾਸੇ ਵੱਲ ਚਲੀ ਗਈ। ਭਾਈ ਜਸਵੰਤ ਸਿੰਘਾ, ਤੂੰ ਕੱਪੜੇ ਪਾਏ ਤੇ ਪੱਗ ਬੱਧੀ ਹੈ, ਤੇਰੇ ਮੱਥੇ ਨੂੰ ਮਾੜੀ ਜੀ ਠੰਡ ਲੱਗੀ ਮਹਿਸੂਸ ਕੀਤਾ। ਯਾਦ ਰੱਖ, ਜਦੋਂ ਕਲਗੀਧਰ ਪਾਤਸ਼ਾਹ ਨੰਗੇ ਚਰਨੀ ਨਿਕਲਿਆ ਉਦੋਂ ਠੰਡ ਨਹੀਂ ਸੀ। ਜਦੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਠੰਡੇ ਬੁਰਬੇ ਸਨ, ਉਦੋਂ ਠੰਡ ਨਹੀਂ ਸੀ। ਮੈਂ ਬੇਨਤੀ ਕਰਾਂ, ਇਸ ਹਫ਼ਤਿਆਂ 'ਚ ਪਕਵਾਨ ਨਾ ਖਾਇਆ ਕਰੋ। ਹੋ ਸਕੇ ਤੇ ਥੱਲੇ ਲੰਮੇ ਪੈ ਕਰਕੇ ਸੌਣ ਦਾ ਯਤਨ ਕਰਿਆ ਕਰੋ, ਤਾਂ ਕਿ ਸਾਨੂੰ ਪਤਾ ਚੱਲੇ ਵੀ ਥੱਲੇ ਸੌਣ ਦਾ ਤੇ ਮੰਜੇ ਤੇ ਸੌਣ ਦਾ ਕਿੰਨਾ ਕੁ ਫਰਕ ਹੈ। ਆਪਾਂ ਕੁਰਬਾਨੀ ਤਾਂ ਨਹੀਂ ਦੇ ਸਕਦੇ, ਪਰ ਥੱਲੇ ਬਿਸਤਰਾ ਲਾਉਣ ਕਰਕੇ ਹੋ ਸਕਦਾ ਵੀ ਸਾਡੀ ਸੁਰਤੀ ਕਿਤੇ ਚਮਕੌਰ ਤੇ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਵੱਲ ਚਲੀ ਜਾਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪਣੇ ਗੁਰੂ ਤੋਂ ਸਦਕੇ ਜਾਈਏ ਤੇ ਇਹਦੇ ਨਾਲ ਅੱਗੇ ਵੀ ਸੁੱਖ, ਭਾਵ ਲੋਕ ਸੁੱਖ, ਪਰਲੋਕ ਸੁਖੀਆ ਹੋ ਜਾਵੇਗਾ। ਘਰ ਆਨੰਦ ਹਮਾਰਾ। ਜਿਹੜਾ ਇਹ ਆਨੰਦ ਹੈ ਨਾ, ਇਹ ਤੈਨੂੰ ਅਨੰਦਪੁਰ ਸਾਹਿਬ ਤੋਂ ਬਿਨਾਂ ਨਹੀਂ ਮਿਲਣਾ। ਜਿੰਨੇ ਮਰਜ਼ੀ ਡੇਰਿਆਂ ਜਾ ਕੇ ਧੱਕੇ ਖਾ, ਬੜੇ ਜਾਂਦੇ ਨੇ ਗੱਡੀਆਂ ਭਰ ਕੇ,
ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਹਜ਼ੂਰ ਨੇ ਪਹਿਲਾਂ ਫਰਮਾਇਆ ਗੁਰੂ ਪੂਰਾ ਹੋਵੇ, ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਅੰਤਰ ਜਾਮੀ ਕਰਨ ਹਾਰਾ, ਉਹ ਭਾਈ ਸਾਰਾ ਕੁਝ ਕਰ ਸਕਦਾ ਤੇ ਦਿਲਾਂ ਦੀਆਂ ਜਾਣਦਾ ਹੈ। ਸੋਈ ਖਸਮ ਹਮਾਰਾ, ਉਹ ਪਿਆਰੋ ਆਪਣਾ ਸਾਰਿਆਂ ਦਾ ਮਾਲਕ ਹੈ। ਨਿਰਭਉ ਭਏ ਗੁਰ ਚਰਨੀ ਲਾਗੇ, ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਉਹਨਾਂ ਨੂੰ ਗੁਰਮੁਖੋ ਭੈ ਨਹੀਂ। ਆਪਾਂ ਹੁਣੇ ਵਿਚਾਰ ਕੇ ਹਟੇ ਆਂ, ਬਾਹਰ ਗੜੀ ਤੋਂ ਬਾਹਰ ਜਾਨ ਦੇ ਧਿਆਏ ਦੁਸ਼ਮਣ ਖਲੋਤੇ ਨੇ, ਪਰ ਅੰਦਰੋਂ ਛਾਲਾਂ ਮਾਰ ਕੇ ਬਾਹਰ ਨਿਕਲਦੇ ਨੇ। ਕਾਰਨ ਨਿਰਭਉ ਭੈ ਗੁਰ ਚਰਨੀ ਲਾਗੇ, ਗੁਰੂ ਦੇ ਚਰਨਾਂ ਨਾਲ ਜੁੜਨ ਕਰਕੇ ਉਹਨਾਂ ਦੇ ਅੰਦਰੋਂ ਖੌਫ ਚੱਕਿਆ ਗਿਆ। ਇਕ ਰਾਮ ਨਾਮ ਆਧਾਰਾ, ਕੀ ਉਹਨਾਂ ਦੀ ਖੁਰਾਕ ਕੀ ਸੀ? ਆਪਾਂ ਕਹਿੰਦੇ ਵੀ ਗੁਰਮੁਖੋ ਥੋੜੀ ਜੀ ਕਾਫੀ ਨਾ ਪੀ ਲਈ, ਠੰਡ ਬੜੀ ਹੈ। ਭਲਾ ਚਮਕੌਰ ਕਾਫੀ ਕਿੰਨੇ ਬਣਾਈ ਹੋਵੇਗੀ, ਚਾਹ ਕਿੰਨੇ ਬਣਾਈ ਹੋਵੇਗੀ? ਯਾਦ ਰੱਖੋ ਪਿਛੋਕੜ ਵੱਲ ਜਾਈਏ। ਮੇਰੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਰਾਮ ਦੇ ਨਾਮ ਦਾ ਆਧਾਰ ਸੀ, ਪਰਮਾਤਮਾ ਦੇ ਨਾਮ ਦਾ ਆਸਰਾ ਸੀ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਦਰਸ਼ਨ ਕਰਨ ਜਾਣਾ ਫਲਾਣੇ ਬਾਬੇ ਨੂੰ ਮਿਲਿਆ ਜੀ, ਦਰਸ਼ਨ ਕਰੀਏ। ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ ਉਹਦੇ ਦਰਸ਼ਨ ਕਰਨੇ ਸਹਿਜ ਫਲਦੇ ਹਨ, ਉਹ ਕਾਲ ਦੇ ਅਧੀਨ ਨਹੀਂ। ਉਹ ਸਦੀਵੀ ਤੌਰ ਤੇ ਆਇਆ ਤੇ ਉਹ ਕੌਣ ਨੇ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ। ਹੈ ਭੀ ਹੋਵਨ ਹਾਰਾ, ਬੜੀ ਸੁੰਦਰ ਗੱਲ ਕਹੀ ਹੈ ਮੇਰੇ ਪਾਤਸ਼ਾਹ ਨੇ। ਹੈਨ ਇਹ ਪਹਿਲਾਂ ਵੀ ਸਨ, ਹੋਣਗੇ ਵੀ। ਤੇ ਆਪਾਂ ਜਿੰਨੇ ਬੈਠੇ ਮੈਂ ਕਥਾ ਕਰਦਾ ਤੁਸੀਂ ਸੁਣਦੇ ਹੋ, ਨਾ ਤੁਸੀਂ ਰਹਿਣਾ ਤੇ ਨਾ ਮੈਂ ਰਹਿਣਾ। ਜਿਸ ਆਸਣ ਹਮ ਬੈਠੇ ਕੇ ਤੇ ਬੈਸ ਗਿਆ। ਮੇਰੇ ਤੋਂ ਪਹਿਲਾਂ ਬੜੇ ਗੁਰਮੁਖ ਪਿਆਰੇ ਕਥਾ ਕਰ ਗਏ, ਮੇਰੇ ਤੋਂ ਬਾਹਰ ਵੀ ਬਹੁਤ ਸਾਰੇ ਗੁਰਮੁਖ ਹੋਣਗੇ। ਤੁਸੀਂ ਆਇਓ ਪਰ ਆਪਾਂ ਰਹਿਣਾ ਨਹੀਂ। ਫਰੀਦਾ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੇ ਤੇ ਬੈਸ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਹੈ ਨਾ ਉਹ ਸੀ, ਉਹ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਕੰਠ ਲਗਾਏ ਆਪਣੇ ਜਨ ਰਾਖੇ, ਜਿਹੜੇ ਉਹਦੇ ਦਾਸ ਬਣ ਗਏ ਤੇ ਜਿਵੇਂ ਮਾਂ ਆਪਣੇ ਬੱਚੇ ਨੂੰ ਛਾਤੀ ਨੂੰ ਲਾ ਕੇ ਰੱਖਦੀ ਹੈ ਨਾ, ਇਸ ਪ੍ਰਕਾਰ ਉਹਨਾਂ ਨੂੰ ਆਪਣੇ ਕੰਠ ਨਾਲ ਲਾ ਕੇ ਰੱਖਦਾ ਹੈ। ਆਪਣੀ ਪ੍ਰੀਤ ਪਿਆਰਾ, ਜਿਹੜੇ ਭਾਈ ਦੁਨੀਆ ਦੀ ਰੀਤਾਂ ਤੋਂ ਪਰਾਂ ਹੋ ਗਏ, ਨਿਮਾਣੇ ਹੋ ਗਏ, ਉਹਨਾਂ ਦੇ ਨਾਲ ਉਹ ਪਿਆਰ ਕਰਦਾ ਹੈ। ਵੱਡੀ ਵਡਿਆਈ ਅਚਰਜ ਸੋਭਾ, ਉਸ ਪ੍ਰਮਾਤਮਾ ਦੀ ਵਡਿਆਈ ਮੁੱਕਣ ਵਾਲੀ ਨਹੀਂ, ਜਿਹੜੀ ਉਹਦੀ ਸੋਭਾ ਹੈਰਾਨ ਕਰਨ ਵਾਲੀ ਹੈ। ਕਾਰਜ ਆਇਆ ਰਾਸੇ, ਇਹ ਜਿਹੜੇ ਜੁੜ ਗਏ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ, ਨੇਪਰੇ ਚੜ ਗਏ। ਨਾਨਕ ਕਉ ਗੁਰਪੂਰਾ ਭੇਟਿਓ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹੜੇ ਪੂਰਨ ਗੁਰੂ ਦੇ ਸੰਪਰਕ ਵਿੱਚ ਆ ਗਏ ਹਨ, ਸਗਲੇ ਦੁਖ ਬਿਨਾਸੇ, ਉਹਨਾਂ ਦੇ तमाम ਦੁੱਖਾਂ ਦੀ ਨਿਵਰਤੀ ਹੋ ਗਈ। ਉਹਦਾ ਇੱਕੋ ਇੱਕ ਪ੍ਰੋਸੀਜਰ ਢਾਂਗਾ ਪਰ ਜਾਣਾ ਪੜਦੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਗੁਰਮੁਖਾ ਤਨ ਤੇ ਮਨ ਦੇ ਦੁੱਖ ਸੱਚੀ ਬਾਣੀ ਨਾਲ ਜੁੜਨ ਕਰਕੇ ਦੂਰ ਹੋਣਗੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਗੁਰੂ ਕਿਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।